ਦੇ ਵਿੱਚ ਇੱਕ ਅਪਡੇਟ ਹੋ ਰਹੀ ਆ ਰਹੀ ਹੈ ਕਿ ਮੂਸੇਵਾਲਾ ਨੂੰ ਪਹਿਲਾਂ ਹੀ ਖਤਰੇ ਦਾ ਅਹਿਸਾਸ ਹੋ ਗਿਆ ਸੀ। ਪਿੱਛਾ ਕਰਨ ਵਾਲਿਆਂ ਦਾ ਮੂਸੇਵਾਲਾ ਨੂੰ ਪਤਾ ਲੱਗ ਗਿਆ ਸੀ। ਜਦੋਂ ਹਮਲਾਵਰਾਂ ਨੇ ਥਾਰ ਦੇ ਟਾਇਰ ਤੇ ਫਾਇਰਿੰਗ ਕੀਤੀ ਤਾਂ ਮੂਸੇਵਾਲਾ ਨੇ ਆਪਣੀ ਪਿਸਟਲ ਕੱਢ ਲਈ ਤਾਂ ਉਸਦੀ ਪਿਸਟਲ ਦੇ ਵਿੱਚ ਸਿਰਫ 2 ਹੀ ਗੋਲੀਆਂ ਸੀ, ਜਿਸ ਦਾ ਅਸੀਂ ਜ਼ਿਕਰ ਕਰ ਰਹੇ ਸੀ ਕਿ ਮੈਗਜ਼ੀਨ ਜਿਹੜਾ ਸੀ ਉਹ ਖਾਲੀ ਪਾਇਆ ਗਿਆ ਔਰ 2 ਫਾਇਰ ਦੀ ਗੱਲ ਕੀਤੀ ਹੈ ਤਾਂ ਉਸਦੇ ਪਿਸਟਲ ਦੇ ਵਿੱਚ ਸਿਰਫ 2 ਹੀ ਗੋਲੀਆਂ ਸੀ ਔਰ ਹਮਲਾਵਰਾਂ ਤੇ ਮੂਸੇਵਾਲਾ ਨੇ ਜਵਾਬੀ ਫਾਇਰ ਕੀਤੇ। ਔਰ ਇਹ ਵਾਰਦਾਤ ਦੀ ਪੂਰੀ ਕਹਾਣੀ ਨਿਊਜ਼ 18 ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਨੇ ਸਾਂਝੀ ਕੀਤੀ ਹੈ, ਕਿਉਂਕਿ ਗੁਰਪ੍ਰੀਤ ਸਿੰਘ ਹਸਪਤਾਲ ਦੇ ਵਿੱਚ ਉਹਨਾਂ 2 ਜ਼ਖਮੀ ਸਾਥੀਆਂ ਨੂੰ ਮਿਲ ਕੇ ਆਏ ਨੇ ਜਿਹੜੇ ਉਸ ਵੇਲੇ ਮੂਸੇਵਾਲਾ ਦੀ ਥਾਰ ਦੇ ਵਿੱਚ ਉਹਨਾਂ ਦੇ ਨਾਲ ਮੌਜੂਦ ਸੀ। ਇਹ ਸਾਰੀ ਕਹਾਣੀ ਉਹਨਾਂ ਨੇ ਦੱਸੀ ਹੈ ਔਰ ਉਹ ਨਿਊਜ਼ 18 ਦੇ ਨਾਲ ਸਾਂਝੀ ਕੀਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬਣਾਵਾਲੀ ਨੇ। ਉਹਨਾਂ ਨੇ ਇਹ ਕਿਹਾ ਕਿਉਂਕਿ ਗੁਰਪ੍ਰੀਤ ਬਣਾਵਾਲੀ ਇਸ ਪਰਿਵਾਰ ਦੇ ਕਾਫੀ ਨਜ਼ਦੀਕੀ ਨੇ। ਕੱਲ ਵੀ ਉਹਨਾਂ ਨੇ ਕਿਹਾ ਸੀ ਕਿ ਮੈਂ ਪਰਿਵਾਰ ਨੂੰ ਮਿਲਣ ਆਇਆ, ਪਰਿਵਾਰ ਦੇ ਕਾਫੀ ਨਜ਼ਦੀਕੀ ਹੈ। ਤਾਂ ਗੱਲ ਕਰਦੇ ਹਾਂ ਗੁਰਪ੍ਰੀਤ ਬਣਾਵਾਲੀ ਦੇ ਨਾਲ ਇਸ ਵੇਲੇ ਮੌਜੂਦ ਨੇ ਸਾਡੇ ਸਹਿਯੋਗੀ ਪੰਕਜ ਕਪਾਹੀ। ਪੂਰੀ ਕਹਾਣੀ ਸਮਝਣ ਦੀ ਕੋਸ਼ਿਸ਼ ਕਰਦੇ ਆ। ਪੰਕਜ, ਜਿਸ ਤਰੀਕੇ ਨਾਲ ਬਹੁਤ ਸਾਰੇ ਪੁਆਇੰਟ ਨਿਕਲ ਕੇ ਆ ਰਹੇ ਨੇ, ਸੀਸੀਟੀਵੀ ਫੁਟੇਜ ਦਿਖਾ ਰਹੇ ਆ ਕਿ ਪਿੱਛੇ ਤੋਂ ਗੱਡੀਆਂ ਲੱਗੀਆਂ ਹੋਈਆਂ ਸੀ। 8 ਮਿੰਟ ਦਾ ਡਿਫਰੈਂਸ ਹੈ ਉਸ ਸੀਸੀਟੀਵੀ ਦੇ ਵਿੱਚ ਜਿਹੜੀ ਪਹਿਲਾਂ ਵਾਲੀ ਸੀਸੀਟੀਵੀ ਚੱਲਦੀ ਸੀ ਜਿਸ ਦੇ ਵਿੱਚ ਗੋਲੀਆਂ ਦੀ ਆਵਾਜ਼ ਆਈ। ਸੋ ਕਾਫੀ ਕੁਝ ਜਿਹੜਾ ਹੈ ਜਿਹੜੇ ਮੂਸੇਵਾਲਾ ਦੇ ਨਾਲ ਉਸ ਵੇਲੇ ਉਹਨਾਂ ਦੇ ਸਾਥੀ ਉਹਨਾਂ ਦੀ ਗੱਡੀ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਖੁਲਾਸੇ ਕੀਤੇ ਹੋਣਗੇ। ਪੂਰੀ ਜਾਣਕਾਰੀ ਜਿਹੜੀ ਹੈ ਉਹ ਚਾਹਾਂਗੇ ਜੋ ਹੁਣ ਤੱਕ ਪਤਾ ਲੱਗਿਆ ਜਾਂ ਜੋ ਕੁਝ ਉਹਨਾਂ ਨੇ ਹੁਣ ਤੱਕ ਦੱਸਿਆ। ਬਿਲਕੁਲ ਬਿਲਕੁਲ ਵਿਜੇ, ਦੋਵੇਂ ਜ਼ਖਮੀ ਜਿਹੜੇ ਨੇ, ਜਿਹੜੇ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੇ ਦੋਸਤ ਸੀਗੇ, ਉਹ ਲੁਧਿਆਣਾ ਦੇ ਡੀਐਮਸੀ ਹਸਪੀਟਲ ਦੇ ਵਿੱਚ ਐਡਮਿਟ ਨੇ। ਹੁਣ ਤੱਕ ਵੱਖ-ਵੱਖ ਐਂਗਲ ਜਿਹੜੇ ਨੇ ਉਹ ਤਲਾਸ਼ੇ ਜਾ ਰਹੇ ਸੀਗੇ, ਲੇਕਿਨ ਇੱਕ ਗੱਲ ਸਾਫ਼ ਹੈ ਕਿ ਰੇਕੀ ਕੀਤੀ ਗਈ ਸੀ ਕਿਉਂਕਿ ਇਹ ਸ਼ਾਰਪ ਸ਼ੂਟਰ ਸੀਗੇ, ਗੈਂਗਸਟਰ ਸੀਗੇ, ਰੇਕੀ ਕੀਤੀ ਗਈ ਸੀਗੀ। ਔਰ ਉਸ ਵੇਲੇ ਹੋਇਆ ਕੀ ਕੁਝ ਹੋਇਆ, ਸਿੱਧੂ ਮੂਸੇਵਾਲਾ ਨੂੰ ਕਦੋਂ ਪਤਾ ਲੱਗਿਆ ਔਰ ਉਸ ਵੇਲੇ ਵਾਕਿਆ ਕੀ ਹੋਇਆ ਸੀ, ਉਹਨਾਂ ਦੋਹਾਂ ਜਿਹੜੇ ਜ਼ਖਮੀ ਦੋਸਤ ਨੇ ਸਿੱਧੂ ਮੂਸੇਵਾਲਾ ਦੇ, ਉਹਨਾਂ ਨੇ ਐਮਐਲਏ ਗੁਰਪ੍ਰੀਤ ਹੋਰਾਂ ਨੂੰ ਦੱਸੀ ਹੈ। ਗੁਰਪ੍ਰੀਤ ਹੋਰਾਂ ਨਾਲ ਗੱਲ ਕਰ ਲੈਂਦੇ। ਐਮਐਲਏ ਸਾਹਿਬ, ਪਹਿਲਾਂ ਤਾਂ ਇਹ ਦੱਸੋ ਕਿ ਲੁਧਿਆਣੇ ਤੁਸੀਂ ਮਿਲ ਕੇ ਆਏ ਹੋ, ਥੋੜੀ ਦੇਰ ਪਹਿਲਾਂ ਮਿਲੇ ਹੋ, ਸਿਹਤ ਕਿਵੇਂ ਹੈ? ਦੋਵੇਂ ਖਤਰੇ ਤੋਂ ਬਾਹਰ ਨੇ ਔਰ ਕਦੋਂ ਤੱਕ ਦੋਵੇਂ ਉਹਨਾਂ ਸਿੱਧੂ ਮੂਸੇਵਾਲੇ ਦੇ ਦੋਸਤਾਂ ਨੂੰ ਛੁੱਟੀ ਮਿਲ ਸਕਦੀ ਹੈ? ਪਰਮਾਤਮਾ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਉਹਨਾਂ ਦੀ ਜਾਨ ਖਤਰੇ ਤੋਂ ਬਾਹਰ ਆ, ਪਰ ਉਹਨਾਂ ਦੇ ਮਲਟੀਪਲ ਇੰਜਰੀ ਆ, ਟਾਈਮ ਬਹੁਤ ਲੱਗੇਗਾ ਰਿਕਵਰੀ ਤੇ। ਕਹਿੰਦੇ ਸਰਜਰੀ ਜੋ ਹਜੇ ਬਹੁਤ ਹੋਣਗੀਆਂ। ਡਾਕਟਰ ਸਾਹਿਬ ਨੂੰ ਵੀ ਮੈਂ ਮਿਲ ਕੇ ਆਇਆਗਾ, ਬਟ ਉਹ ਖਤਰੇ ਤੋਂ ਬਾਹਰ ਨੇ ਹੁਣ ਦੋਨੋਂ। ਤੁਸੀਂ ਪੁੱਛਿਆ ਕਿ ਉਸ ਵੇਲੇ ਪੂਰਾ ਮਾਂਜਰਾ ਕੀ ਸੀ, ਕਿਉਂਕਿ ਅਜੇ ਤੱਕ ਇੱਕ ਸੀਸੀਟੀਵੀ ਫੁਟੇਜ ਨਜ਼ਰ ਆ ਰਹੀ ਸੀ। ਨਿਊਜ਼ 18 ਕੋਲ ਇੱਕ ਹੋਰ ਸੀਸੀਟੀਵੀ ਫੁਟੇਜ ਆਈ ਹੈ, ਉਹ 8 ਮਿੰਟ ਪਹਿਲਾਂ ਦੀ ਹੈ। ਉਸ ਸੀਸੀਟੀਵੀ ਫੁਟੇਜ ਤੋਂ 8 ਮਿੰਟ ਪਹਿਲਾਂ ਦੀ ਸੀਸੀਟੀਵੀ ਫੁਟੇਜ ਹੈ, ਯਾਨੀ ਕਿ ਰੇਕੀ ਕੀਤੀ ਜਾ ਰਹੀ ਸੀ, ਰੇਕੀ ਹੋਈ ਸੀ, ਗੱਡੀਆਂ ਮਗਰ ਲੱਗੀਆਂ ਹੋਈਆਂ ਸੀ। ਔਰ ਦੋਸਤ ਕੀ ਕਹਿ ਰਹੇ ਆ ਇਸ ਵੇਲੇ, ਜਿਹੜੇ ਨਾਲ ਸੀਗੇ, ਉਹ ਇਸ ਵੇਲੇ ਕੀ ਕਹਿ ਰਹੇ ਸੀ? ਉਹਨਾਂ ਨੇ ਘਰ ਤੋਂ ਚੱਲਣ ਦਾ ਮੈਂ ਪੁੱਛਿਆ ਵੀ ਕਿਸ ਤਰ੍ਹਾਂ ਪ੍ਰੋਗਰਾਮ ਸੀ, ਕੀ ਪ੍ਰੀ ਪਲੈਨਿੰਗ ਸੀ, ਤੁਸੀਂ ਉੱਥੇ ਹੀ ਜਾਣਾ ਸੀ ਜਾਂ ਕਿਸੇ ਨੂੰ ਦੱਸਿਆ ਸੀ? ਤਾਂ ਉਹ ਕਹਿੰਦੇ ਸਾਰਾ ਦਿਨ ਹੀ ਘਰ ਸੀ, ਕੋਈ ਇਹੋ ਜਿਹੀ ਪਲੈਨਿੰਗ ਹੀ ਨਹੀਂ ਸੀਗੀ ਵੀ ਅਸੀਂ ਉੱਥੇ ਜਾਣਾ। ਤਾਂ ਸਿੱਧੂ ਨੇ ਕਿਹਾ ਕਿ ਮਾਸੀ ਦਾ ਪਤਾ ਲੈ ਕੇ ਆਉਣੇ ਆ। ਤਾਂ ਪਹਿਲਾਂ ਉਹਨਾਂ ਨੇ ਇੱਕ ਦੂਜੀ ਗੱਡੀ ਕੱਢੀ ਆ, ਸ਼ਾਇਦ ਪਜੈਰੋ, ਤੇ ਉਹਦਾ ਟਾਇਰ ਪੰਚਰ ਸੀਗਾ। ਪਹਿਲਾਂ ਪਜੈਰੋ ਗੱਡੀ, ਕਿਉਂਕਿ ਹੁਣ ਤੱਕ ਚਰਚਾ ਸੀ ਫੋਰਚੂਨਰ ਬੁਲਟ ਪ੍ਰੂਫ ਗੱਡੀ ਹੈ। ਨਹੀਂ, ਦੂਸਰੀ ਪਜੈਰੋ ਗੱਡੀ ਕੱਢੀ ਆ, ਉਹਦਾ ਟਾਇਰ ਪੰਚਰ ਸੀਗਾ ਉਹਦਾ। ਤਾਂ ਉਹ ਟਾਇਰ ਪੰਚਰ ਸੀ। ਸਿੱਧੂ ਤੁਸੀਂ ਜਾਣਦੇ ਹੋ ਕਿ ਟਰੈਕਟਰ ਚਲਾਉਣ ਦਾ, ਗੱਡੀਆਂ ਚਲਾਉਣ ਦਾ ਸ਼ੌਕੀਨ ਸੀ। ਉਹ ਕਹਿੰਦਾ ਵੀ ਥਾਰ ਨਹੀਂ ਕਦੇ ਲੈ ਕੇ ਗਏ, ਥਾਰ ਤੇ ਚੱਲਦੇ ਆ। ਤਾਂ ਜਦੋਂ ਉਹਨਾਂ ਨੇ ਕਹਿੰਦੇ ਥਾਰ ਕੱਢੀ ਆ, ਤੇ ਥਾਰ ਕੰਜਸਟਡ ਹੁੰਦੀ ਆ ਥੋੜੀ ਜਿਹੀ, ਤੁਸੀਂ ਵੇਖੋ ਪਿੱਛੇ ਇੱਕੋ ਹੀ ਬੰਦਾ ਬੈਠ ਸਕਦਾ, ਅੱਗੋਂ ਦੀ ਦੋ ਬਹਿੰਦੇ ਆ। ਤਾਂ ਉਸ ਟਾਈਮ ਕੀ ਹੋਇਆ ਕਿ ਤਿੰਨੋਂ ਇਹਨਾਂ ਨੇ ਥਾਰ ਦੇ ਉੱਤੇ ਤਿੰਨੋਂ ਗਏ, ਤਾਂ ਚੌਥੇ ਨੂੰ ਜਿਹੜਾ ਸੀਗਾ ਗਨਮੈਨ ਕਹਿੰਦੇ, ਤਾਂ ਉਹ ਸਿੱਧੂ ਨੇ ਕਹਿਤਾ ਕਿ ਜਗ੍ਹਾ ਹੈ ਨਹੀਂ, ਆਪਾਂ ਹੁਣ ਤਾਂ ਆ ਜਾਣਾ, ਕਿਉਂਕਿ ਰਸਤਾ ਹੀ ਸਿਰਫ ਨਾਲ ਹੀ ਤਾਂ ਹੈ, ਵੀ ਆਪਾਂ ਹੁਣੇ ਹੀ ਆ ਜਾਣਾ। ਸਿੱਧੂ ਮੂਸੇਵਾਲੇ ਨੇ ਗਨਮੈਨ ਨੂੰ ਕਿਹਾ, ਸਿੱਧੂ ਨੇ ਕਿਹਾ ਵੀ ਆਪਾਂ ਹੁਣੇ ਆ ਜਾਣਾ, ਤੁਸੀਂ ਰਹੋ। ਤਾਂ ਉਹ ਕਹਿੰਦੇ ਵੀ ਅਸੀਂ ਤਿੰਨੋਂ ਨਿਕਲ ਗਏ। ਤੁਸੀਂ ਵੇਖੋਗੇ, ਤੁਸੀਂ ਵੇਖਿਆ ਹੋਣਾ, ਸਿੱਧੂ ਦੀ ਹਵੇਲੀ ਤੋਂ ਲੈ ਕੇ ਜਦੋਂ ਮੇਨ ਰੋਡ ਆਉਣੇ ਆ, ਸਿਰਫ 500 ਮੀਟਰ ਦਾ ਰਸਤਾ, 500 ਤੋਂ ਵੀ ਘੱਟ ਮੀਟਰ ਦਾ। ਜਦੋਂ ਮੇਨ ਰੋਡ ਤੇ ਚੜੇ ਆ, ਤਲਵੰਡੀ ਟੂ ਮਾਨਸਾ ਰੋਡ ਆ ਜਿਹੜੀ ਮੇਨ ਆ, ਤਾਂ ਉਹ ਥੋੜੀ ਦੂਰ ਹੀ ਗਏ ਆ ਮਾਨਸਾ ਵਾਲੀ ਸਾਈਡ ਨੂੰ। ਤਾਂ ਪਿੱਛੋਂ ਇੱਕ ਗੱਡੀ ਨੇ ਚਾਣ ਚੱਕ ਕਹਿੰਦੇ ਪਿੱਛਾ ਕਰਨਾ ਸ਼ੁਰੂ ਕਰਤਾ। ਇਹ 2 ਗੱਡੀਆਂ ਸੀਗੀਆਂ, ਦੋਵਾਂ ਚੋਂ ਬਲੈਰੋ, ਇੱਕ ਜਿਹੜੀ ਕਰੋਲਾ ਗੱਡੀ ਨੇ ਪਿੱਛਾ ਕਰਨਾ ਇੱਕ ਗੱਡੀ ਨੇ ਪਿੱਛਾ ਕਰਨਾ ਕਹਿੰਦੇ ਸ਼ੁਰੂ ਕੀਤਾ। ਸਿੱਧੂ ਮੂਸੇਵਾਲਾ ਜਦੋਂ ਘਰੋਂ ਬਾਹਰ ਨਿਕਲੇ 300 ਮੀਟਰ ਤੋਂ ਖੱਬੇ ਹੱਥ ਮੁੜੇ, ਮੇਨ ਰੋਡ ਤੇ। ਤਾਂ ਕਈ ਵਾਰੀ ਇਹ ਹੁੰਦਾ ਕਿ ਉਹ ਕਹਿੰਦੇ ਅਸੀਂ ਵੀ ਆਖਿਆ ਵੀ ਗੱਡੀ ਲੱਗਦਾ ਪਿੱਛੇ ਆ। ਤਾਂ ਸਿੱਧੂ ਦੇ ਫੈਨ ਬੜੇ ਆ, ਵੀ ਸਿੱਧੂ ਜਦੋਂ ਘਰੋਂ ਨਿਕਲਦਾਗਾ ਫੈਨ ਫੋਟੋ ਕਰਾਉਣ ਨੂੰ, ਮਿਲਣ ਵਾਸਤੇ ਪਿੱਛੇ ਲਾ ਲੈਂਦੇ ਆ ਗੱਡੀਆਂ। ਤਾਂ ਸਿੱਧੂ ਨੇ ਕਿਹਾ ਵੀ ਕੋਈ ਫੈਨ ਹੋਊਗਾ, ਤੇ ਉਹਨੇ ਗੱਡੀ ਪਿੱਛੇ ਲਾਤੀ, ਤੇ ਉਹਨੂੰ ਜਾਣੀ ਕਿ ਇੱਕ ਵਾਰੀ ਸੀਰੀਅਸ ਨਹੀਂ ਲਿਆ।
ਬਟ ਜਦੋਂ ਇਹ ਗੱਡੀ ਕ੍ਰਾਸ ਕਰਕੇ ਤੁਸੀਂ ਵੇਖੋਗੇ ਇੱਕ ਚੌਂਕ ਬਣਦਾ ਗਾ, ਆਹ ਸਿਰਸੇ ਵਾਲੀ ਰੋਡ ਨਿਕਲ ਜਾਂਦੀ ਆ, ਸਾਹਮਣੇ ਨਿਕਲ ਜਾਂਦੀ ਗੱਡੀ। ਜਦੋਂ ਜਵਾਰਕੇ ਵਾਲੇ ਪਾਸੇ ਨੂੰ ਗਈ ਤਾਂ ਗੱਡੀ ਉਹ ਪਿੱਛੇ ਸੀ। ਤਾਂ ਜਦੋਂ ਜਵਾਰਕੇ ਜਾ ਕੇ ਐਂਟਰ ਕਰਦੇ ਆ, ਇੱਕ ਸੂਆ ਆਉਂਦਾ ਗਾ, ਸੂਏ ਦੇ ਉੱਤੇ ਇਹ ਸਾਹਮਣੇ ਪੁਲ ਵਾਲੇ ਪਾਸੇ ਲੰਘੇ, ਗੱਡੀ ਸੂਏ ਦੀ ਸਾਈਡ ਮੁੜ ਗਈ। ਤਾਂ ਇਹਨਾਂ ਨੂੰ ਪੱਕਾ ਹੀ ਲੱਗ ਗਿਆ ਕੋਈ ਫੈਨ ਹੋਣਗੇ ਵੀ ਵਾਪਸ ਚਲੇ ਗਏ, ਆਪਾਂ ਆਪਣੇ ਰਸਤੇ ਜਾਣਾ। ਪਰ ਉਹ ਗੱਡੀ ਉਹਨਾਂ ਨੇ ਜਾਣ ਬੁੱਝ ਕੇ ਇਸ ਰਸਤੇ ਪਾਈ ਸੀ ਤਾਂ ਕਿ ਸਿੱਧੂ ਨੂੰ ਉੱਥੋਂ ਮੂਹਰੋਂ ਅੱਗੋਂ ਘੇਰ ਲੈਣ, ਕਿਉਂਕਿ ਉਹ ਰਸਤਾ ਜਿੱਧਰ ਸਿੱਧੂ ਆ ਰਿਹਾ ਸੀ ਉਸ ਦੇ ਅੱਗੇ ਆ ਰਿਹਾ ਸੀ। ਤਾਂ ਕੁਦਰਤ ਸੀ ਕਿ ਸਿੱਧੂ ਉੱਥੇ ਨਹੀਂ ਘਿਰਿਆ, ਤੇ ਪਰ ਉਹ ਸਿੱਧੂ ਦੇ ਬਿਲਕੁਲ ਵਿੱਚ ਮਾਰਨ ਦੀ ਜਦੋਂ ਉਹਨਾਂ ਨੇ ਉਸ ਜਗ੍ਹਾ ਤੇ ਕੋਸ਼ਿਸ਼ ਕਰੀ। ਇਹ ਜਿਹੜੀ ਜਗ੍ਹਾ ਤੇ ਪੂਰੀ ਘਟਨਾਕ੍ਰਮ ਹੋਇਆ ਉਸ ਤੋਂ ਪਿੱਛੇ ਸੀ, ਉਸ ਸਿਰਫ ਇਹ ਮੈਂ ਕਹਿ ਸਕਦਾ 700-800 ਮੀਟਰ ਲਾ ਲਓ ਜਾਂ ਕਿਲੋਮੀਟਰ ਦੇ ਨੇੜੇ ਆ, ਚੌਂਕ ਬਣਦਾ ਸਕੂਲ ਕੋਲੇ ਜਵਾਰਕੇ ਕਹਿੰਦੇ। ਇੱਕ ਅਹਿਮ ਜਾਣਕਾਰੀ ਦੇ ਰਹੇ ਹੋ, ਯਾਨੀ ਕਿ ਪਹਿਲਾ ਅਟੈਕ ਉਹਨਾਂ ਨੇ ਪਿੱਛੇ ਕੀਤਾ 700 ਮੀਟਰ ਪਿੱਛੇ, ਉੱਥੇ ਸਿੱਧੂ ਅੱਗੇ ਲਾਉਣ ਦੀ ਕੋਸ਼ਿਸ਼ ਕੀਤੀ, ਯਾਨੀ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਉਹ ਇਹ ਗੱਡੀ ਇਸ ਸਾਈਡ ਤੋਂ ਆ ਰਹੀ ਹੈ, ਉਹ ਦੂਸਰੇ ਰਸਤੇ ਤੋਂ, ਪਰ ਸਿੱਧੂ ਦੀ ਗੱਡੀ ਉੱਥੋਂ ਨਿਕਲ ਗਈ। ਤਾਂ ਉੱਥੋਂ ਕਨਫਰਮ ਹੋ ਗਿਆ ਸੀ ਵੀ ਗੱਡੀ ਇਹ ਕੋਈ ਹੈ, ਕੋਈ ਖਤਰਾ, ਗੜਬੜੀ ਆ। ਇਹ ਸਿੱਧੂ ਨੂੰ ਲੱਗ ਗਿਆ ਕਿ ਗੜਬੜੀ ਹੈ। ਬਿਲਕੁਲ ਉੱਥੋਂ ਕਹਿੰਦੇ ਸਾਨੂੰ ਇਸ ਜਿੱਥੋਂ ਪਤਾ ਲੱਗਦਾ ਉਹ ਤੇ ਉੱਥੋਂ ਸਿਰਫ 2 ਮਿੰਟ ਹੀ ਲੱਗਦੇ ਆ, 2.5 ਮਿੰਟ ਹੀ। ਜਦੋਂ ਇਹ ਹਵੇਲੀ ਤੋਂ, ਕਿਉਂਕਿ ਜਿਹੜੀ ਘਟਨਾ ਹੋਈ ਮੈਂ ਦੇਖੀ 8.5-9 ਕਿਲੋਮੀਟਰ ਦੂਰ ਹੈ ਜਿੱਥੇ ਪੂਰਾ ਕਤਲ ਹੋਇਆ। ਹਾਂ, ਵਾਕਿਆ ਹੋਇਆ। ਬਟ ਜਿੱਥੇ ਪਹਿਲੀ ਵਾਰੀ ਉਹਨਾਂ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਉਤੋਂ ਗਾਂ ਤਾਂ ਸਿਰਫ 500 ਮੀਟਰ ਹੀ ਗਈ ਹੈ ਜਦੋਂ ਅਟੈਕ ਹੁੰਦਾ ਗਾ, ਕਿਉਂਕਿ ਰਸਤਾ ਤੁਸੀਂ 2 ਗੱਡੀਆਂ ਮਗਰ ਲੱਗੀਆਂ ਸੀ। ਇਹਨਾਂ ਨੂੰ ਤਾਂ ਇੱਕੋ ਹੀ ਪਤਾ ਸੀ ਕਿ ਜਿਹੜੀ ਕਹਿੰਦੇ ਪਿੱਛੋਂ ਆ ਰਹੀ ਸੀ ਨਾ ਬਲੈਰੋ, ਉਹਦਾ ਨਹੀਂ ਸੀ, ਕਿਉਂਕਿ ਉਹ ਉੱਪਰ ਚੜ ਰਹੀ ਸੀਗੀ ਜਿਹੜੀ ਪਿੱਛੇ ਕਰੋਲਾ ਗੱਡੀ ਬੋਲਦੇ। ਹਾਂਜੀ, ਤਾਂ ਜਦੋਂ ਉਹਨਾਂ ਨੇ ਮੋੜ ਤੋਂ ਤੁਸੀਂ ਵੇਖੋਗੇ ਜਿਹੜੀ ਜਗ੍ਹਾ ਹੈਗੀ, ਜਦੋਂ ਮੁੜਦੇ ਆ ਬਰਨਾਲੇ ਵਾਲੀ ਸਾਈਡ ਨੂੰ ਜਵਾਰਕੇ, ਉਹ ਰਸਤਾ ਹੀ ਇਸ ਤਰ੍ਹਾਂ ਨੈਰੋ ਆ ਬਿਲਕੁਲ, ਉੱਥੇ ਗੱਡੀ ਬਿਲਕੁਲ ਸਲੋ ਕਰਨੀ ਪੈਂਦੀ ਆ। ਤਾਂ ਜਦੋਂ ਸਿੱਧੂ ਨੇ ਉੱਥੇ ਸਲੋ ਕਰਕੇ ਗੱਡੀ ਬਰਨਾਲੇ ਵਾਲੇ ਪਾਸੇ ਨੂੰ ਮੋੜੀ ਤਾਂ ਗੱਡੀ ਨੂੰ ਬਰਾਬਰ ਉਹਨਾਂ ਨੇ ਇੱਕਦਮ ਬਰਾਬਰ ਲਾ ਕੇ ਟਾਇਰ 'ਚ ਗੋਲੀਆਂ ਮਾਰੀਆਂ। ਪਹਿਲੀਆਂ ਗੋਲੀਆਂ ਉਹਨਾਂ ਨੇ ਟਾਇਰ 'ਚ ਮਾਰੀਆਂ, ਸਿੱਧੂ ਦੇ ਨਹੀਂ ਮਾਰੀਆਂ, ਟਾਇਰਾਂ 'ਚ ਵੱਜੀ ਆ। ਤਾਂ ਜਦੋਂ ਗੱਡੀ ਅੱਗੇ ਨਾ ਜਾ ਸਕੇ, ਹਾਂ, ਜਦੋਂ ਟਾਇਰ 'ਚ ਗੋਲੀ ਵੱਜੀ ਤਾਂ ਸਿੱਧੂ ਅਲਰਟ ਹੋਇਆ। ਸਿੱਧੂ ਨੇ ਆਪਦਾ ਜਿਹੜਾ ਵੀ ਉਹਦੇ ਕੋਲੇ ਵੈਪਨ ਸੀ 45 ਬੋਰ, ਤਾਂ ਉਹਨੇ ਵੈਪਨ ਦੇ ਨਾਲ ਅਲਰਟ ਹੋ ਕੇ ਫਾਇਰ ਵੀ ਕੀਤੇ ਆ ਵੀ ਸ਼ਾਇਦ ਕੋਈ ਡਰ ਜੇ ਵੀ ਫਾਇਰ ਉਦੋਂ ਬਿਲਕੁਲ ਆ ਬਰਾਬਰ ਸੀ ਫਾਇਰ ਹੋਏ ਆ। ਤਾਂ ਫਾਇਰ ਸਿੱਧੂ ਨੇ ਫਾਇਰ ਕੀਤਾ ਜਦੋਂ ਦੀ ਟਾਇਰ ਤੇ ਗੱਡੀ ਦੇ ਟਾਇਰ ਤੇ ਲੱਗੀ, ਫਿਰ ਸਿੱਧੂ ਨੇ ਫਾਇਰ ਕੀਤਾ। ਸਿੱਧੂ ਨੇ ਅੱਗੋਂ ਫਾਇਰ ਕੀਤਾ। ਕਿੰਨੇ ਫਾਇਰ ਕੀਤੇ? 2 ਫਾਇਰ ਹੀ ਹੋਏ ਆ, ਕਿਉਂਕਿ ਉਹਦੇ ਕੋਲੇ ਕਾਰਤੂਸ ਹੀ 2 ਸੀ। ਕਾਰਤੂਸ 2 ਸੀ, ਪੂਰੀ ਭਰੀ ਨਹੀਂ ਹੋਈ ਸੀ। ਨਹੀਂ, 2 ਹੀ ਸੀਗੇ ਉਹਦੇ 'ਚ। 2 ਫਾਇਰ ਹੋਇਆ। ਜਦੋਂ ਫਾਇਰ ਹੋਇਆ ਤਾਂ ਫਿਰ ਉਹਨਾਂ ਨੇ ਗੱਡੀ ਇੱਕਦਮ ਅੱਗੇ ਕੱਢ ਲਈ ਕਹਿੰਦੇ। ਫਿਰ ਕੱਢ ਕੇ ਦੁਬਾਰੇ 2 ਫਾਇਰ ਹੋਏ ਉਹਨਾਂ ਦੀ ਗੱਡੀ ਤੇ ਲੱਗਾ। ਨਹੀਂ, ਉਹ ਸਿੱਧੂ ਨੇ ਇਹ ਸੀਗਾ ਨਾ ਵੀ ਇਹ ਜਿਹੜੇ ਬੰਦੇ ਹੈਗੇ, ਇੱਕ ਵਾਰੀ ਡਰਾਮਾ ਵੀ ਮੇਰੇ ਕੋਲੇ 20 ਰਿਵਾਲਵਰ ਹੈ, ਮੇਰੇ ਕੋਲੇ ਵੈਪਨ ਹੈ। ਸਿੱਧੂ ਨੇ ਹਵਾ 'ਚ ਉੱਪਰ ਫਾਇਰ ਕੀਤਾ। ਸਿੱਧੂ ਨੇ ਫਾਇਰ ਕੀਤਾ, ਕਿਉਂਕਿ ਤੁਸੀਂ ਵੇਖੋਗੇ ਜਿਹੜੇ ਪਾਸੇ ਸਿੱਧੂ ਚਲਾ ਕੇ ਜਾ ਰਿਹਾ ਹੈਗਾ, ਉਹ ਓਵਰਟੇਕ ਤਾਂ ਦੂਜੀ ਸਾਈਡ ਕਰ ਰਹੇ ਸੀ ਨਾ ਜਦੋਂ ਫਾਇਰ ਹੋਇਆਗਾ। ਤਾਂ ਸਿੱਧੂ ਨੇ ਲੱਗਿਆ ਵੀ ਇੱਕ ਵਾਰੀ ਡਰਾਮਾ ਵੀ ਡਰਨਗੇ ਵੈਪਨ ਆ, ਬਟ ਉਹ 2 ਹੀ ਉਹਦੇ ਕੋਲੇ। ਸਿੱਧੂ ਨੇ ਮਾਈਂਡ 'ਚ ਇਹ ਸੀਗਾ ਵੀ ਮੇਰਾ ਵੈਪਨ ਫੁੱਲ ਲੋਡ ਆ, ਜਿਹੜੀ ਮੇਨ ਗੱਲ ਆ। ਪਰ ਜਦੋਂ ਫੇਰ ਫਾਇਰ ਨਾ ਹੋਇਆ, ਉਸ ਟਾਈਮ ਜਦੋਂ ਫਾਇਰ ਹੋਇਆ ਅੱਗੇ ਲੰਘ ਗਈ ਗੱਡੀ। ਤਾਂ ਜਦੋਂ ਫਾਇਰ ਨਾ ਹੋਇਆ ਉਹਨਾਂ ਨੇ ਅੱਗੋਂ ਗੱਡੀ ਫੇਰ ਰੋਕ ਕੇ ਫਿਰ ਉੱਤਰ ਕੇ ਕਹਿੰਦੇ ਵੀ ਫਿਰ ਤਾਂ ਨਾ ਸਾਨੂੰ ਨਹੀਂ ਪਤਾ ਲੱਗਿਆ, ਜਿਵੇਂ ਧੂੰਆਂ ਨਹੀਂ ਉੱਠਦਾ ਹੁੰਦਾ, ਇੱਕਦਮ ਇੰਨਾ ਵੈਪਨ ਦਾ ਇੰਨੇ ਜ਼ੋਰ ਦੀ ਗੋਲੀਬਾਰੀ ਹੋਈ ਆ। ਤਾਂ ਉਹ ਜਿਹੜਾ ਪਿਛਲਾ ਕਹਿੰਦਾ ਗਾ ਗੁਰਵਿੰਦਰ, ਉਹ ਕਹਿੰਦਾ ਮੈਂ ਸੀਟ ਦੇ ਵਿਚਾਲੇ ਡਿੱਗ ਪਿਆ, ਮੇਰੇ ਵੀ ਲੱਗ ਗਈ, ਉਹਦੇ ਲੱਗੀ ਆ, ਡੋਲੇ ਤੇ ਲੱਗੀ ਹੁੰਦੀ, ਬਾਂਹ ਤੇ ਲੱਗੀ। ਹਾਂ, ਡਿੱਗ ਪਿਆ ਜਿਹੜਾ ਸੀਗਾ। ਇਹ ਬਲੈਰੋ ਵਾਲੇ ਨੇ ਫਾਇਰ ਕੀਤੇ ਜਾਂ ਕਰੋਲਾ ਵਾਲੇ ਨੇ ਫਾਇਰ? ਕਰੋਲਾ ਵਾਲੇ ਨੇ ਅੰਦਰ ਤੋਂ ਫਾਇਰ ਕੀਤੇ। ਹਾਂਜੀ, ਕਰੋਲਾ ਵਾਲਿਆਂ ਨੇ। ਬਲੈਰੋ ਤਾਂ ਫਿਰ ਬਾਅਦ ਚ ਆਉਂਦੀ ਹੈ ਨਾ, ਨਾਲ ਹੀ ਆਉਂਦੀ ਹੈ ਬਲੈਰੋ, ਥੋੜਾ ਟਾਈਮ ਬਾਅਦ ਚ ਆਉਂਦੀ ਹੈ। ਫਾਇਰਿੰਗ ਤਾਂ ਕਰੋਲਾ ਵਾਲਿਆਂ ਨੇ ਕਰਕੇ ਗੱਡੀ ਰੋਕ ਲਈ ਸੀ। ਅੱਛਾ, ਬਲੈਰੋ ਉਦੋਂ ਇਹ ਵੀ ਜਾਣਕਾਰੀ ਹੈ ਕਿ ਬੋਨਟ ਤੇ ਵੀ ਚੜ ਗਏ ਸੀਗੇ ਜਾਂ ਫਾਇਰਿੰਗ ਸਿਰਫ ਸਿੱਧੂ ਵਾਲੇ ਪਾਸੇ ਹੋ ਰਹੀ? ਮੈਂ ਇਹ ਗੱਲ ਵੀ ਪੁੱਛੀ ਵੀ ਉਹ, ਮੈਂ ਇਹ ਸਪੈਸ਼ਲੀ ਪੁੱਛਿਆ ਵੀ ਉਹਨਾਂ ਨੇ ਮਾਰੀ। ਉਹ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਉਹ ਤੇ ਚੜੇ ਕਿੰਨਾ, ਕਿਉਂਕਿ ਅਸੀਂ ਤਾਂ ਡਿੱਗ ਪਿਆ। ਉਹ ਪਿਛਲਾ ਗੁਰਵਿੰਦਰ ਡਿੱਗ ਪਿਆ, ਜਿਹੜਾ ਗੁਰਪ੍ਰੀਤ ਆ, ਜਦੋਂ ਸਿੱਧੂ ਦੇ ਬਹੁਤ ਜ਼ਿਆਦਾ ਗੋਲੀਆਂ ਵੱਜੀਆਂ ਤਾਂ ਜਿਹੜਾ ਹੈਗਾ ਸਿੱਧੂ ਗੁਰਪ੍ਰੀਤ ਦੇ ਵਾਲੀ ਪਾਸੇ ਨੂੰ ਝੋਲੀ ਬੁੱਕਲ ਚ ਡਿੱਗ ਪਿਆ ਸੀਗਾ। ਤੇ ਇਸੇ ਕਰਕੇ ਜਿਹੜੀਆਂ ਸਿੱਧੂ ਦੇ ਗੋਲੀਆਂ ਜ਼ਿਆਦਾ ਲੱਗੀਆਂ, ਗੁਰਪ੍ਰੀਤ ਤੇ ਵੀ ਲੱਗੀਆਂ ਨੇ। ਟਾਰਗੇਟ ਸਿੱਧੂ ਹੀ ਸੀ, ਦੋਸਤ ਕੋਈ ਟਾਰਗੇਟ ਨਹੀਂ। ਇਹ ਉਹਨਾਂ ਨੂੰ ਬਿਲਕੁਲ ਪਤਾ ਸੀ ਕਿ ਸਿੱਧੂ ਹੀ ਡਰਾਈਵ ਕਰ ਰਿਹਾ ਤੇ ਸਿੱਧੂ ਹੀ ਟਾਰਗੇਟ ਸੀ, ਸਾਰੀਆਂ ਗੋਲੀਆਂ ਸਿੱਧੂ ਤੇ ਲਾਈਆਂ। ਉਹ ਦੋਸਤਾਂ ਤੇ ਨਹੀਂ ਅਟੈਕ ਕੀਤਾ। ਉਧਰਲੇ ਪਾਸੇ ਜਦੋਂ ਗੋਲੀਆਂ ਚੱਲੀਆਂ ਤੁਸੀਂ ਵੇਖਿਆ 3 ਉਧਰਲੇ ਪਾਸੇ ਗੋਲੀਆਂ ਚੱਲੀਆਂ, ਉਦੋਂ ਉਹਨੂੰ ਇੰਨਾ ਕੁ ਟਾਈਮ ਮਿਲ ਗਿਆ ਸੀ ਕਿ ਉਹ ਇਸ ਤਰ੍ਹਾਂ ਥੱਲੇ ਨਹੀਂ ਬੈਠਣ ਦਾ ਟਾਈਮ, ਪਰ ਸਿੱਧੂ ਨੂੰ ਇਹ ਟਾਈਮ ਨਹੀਂ ਮਿਲਿਆ ਵੀ ਝੁਕਣ ਦਾ ਵੀ ਟਾਈਮ ਮਿਲ ਗਿਆ ਹੋਵੇ, ਕਿਉਂਕਿ ਟਾਰਗੇਟ ਸਿੱਧੂ ਸੀਗਾ। ਪ੍ਰੋਫੈਸ਼ਨਲ ਸੀ, ਸ਼ਾਰਪ ਸ਼ੂਟਰ ਸੀ। AN-97 ਵਰਗੇ ਵੈਪਨ ਜਿਹੜੇ ਉਹ ਇਸਤੇਮਾਲ ਹੋਏ ਕਹਿੰਦੇ। ਮੈਂ ਇੱਕ ਦੇਖੋ, ਮੈਂ ਐਕਸਪਰਟ ਤਾਂ ਹੈ ਨਹੀਂ, ਮੈਂ ਡਾਕਟਰ ਸਾਹਿਬ ਨੂੰ ਮਿਲਿਆ ਜਦੋਂ ਵੀ ਇਹਨਾਂ ਦੀ ਇੰਜਰੀ ਕਿੱਥੇ ਆ, ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਮੈਂ ਬੁਲਟ ਦੀ ਇੰਜਰੀ ਇਸ ਤਰ੍ਹਾਂ ਵੇਖੀ ਨਹੀਂ। ਇਹ ਡਾਕਟਰ ਸਾਹਿਬ ਦਾ ਕਹਿਣਾ ਸੀਗਾ ਕਿ ਵਾਕਈ ਕੋਈ ਵੈਪਨ ਹੈ ਜਿਹੜਾ ਬੜਾ
ਖਤਰਨਾਕ ਵੈਪਨ ਆ, ਜਿਵੇਂ ਕੋਈ ਬਲਾਸਟ ਹੋਇਆ ਹੁੰਦਾ ਇਸ ਤਰ੍ਹਾਂ ਉਹਨਾਂ ਦੀ ਬਾਂਹ ਉਡਾਈ ਵੀ ਆ। ਕੁਝ ਕਹਿ ਵੀ ਰਹੇ ਸੀ, ਦੋਸਤਾਂ ਨੇ ਦੱਸਿਆ ਕੁਝ ਕਹਿ ਰਹੇ ਸੀ ਸਿੱਧੂ ਮੂਸੇਵਾਲੇ ਨੂੰ ਉਸ ਵੇਲੇ, ਜਾਂ ਸਿੱਧੂ ਨੇ ਆਪਣੇ ਬਚਾਅ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਂ ਦੋਸਤਾਂ ਨੇ ਕੁਝ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਉਸ ਵੇਲੇ? ਉਹ ਕਹਿੰਦੇ ਵੀ ਸਿਰਫ ਸਾਡੇ ਕੋਲੇ 2 ਵਾਰੀ ਗੱਲਾਂ ਹੋਈਆਂ ਆਪਸ ਦੇ ਵਿੱਚ। ਇੱਕ ਵਾਰੀ ਤਾਂ ਜਦੋਂ ਕਿਹਾ ਵੀ ਮੇਰੇ ਫੈਨ ਆ, ਮੇਰੇ ਫੈਨ ਆ, ਉਹ ਗੱਲ ਹੋਈ ਆ ਵੀ ਆਪਣੇ ਫੈਨ ਆਗੇ, ਫੈਨ ਪਿੱਛਾ ਕਰਦੇ ਸੀ, ਇਹ ਚਲੇ ਗਏ, ਆਪਾਂ ਇੱਧਰ ਨਿਕਲ ਗਏ। ਬਟ ਜਦੋਂ ਦੂਜੀ ਟਾਈਮ ਆਇਆ ਤਾਂ ਉਹ ਕਹਿੰਦੇ ਵੀ ਅਸੀਂ ਕਿਹਾ, ਕਹਿੰਦਾ ਗੁਰਪ੍ਰੀਤ ਕਿਹਾ ਵੀ ਅਸੀਂ ਕਿਹਾ ਗੱਡੀ ਫੇਰ ਆ ਗਈ ਆ, ਇਹ ਘੇਰਦੀ ਆ। ਤਾਂ ਉਹ ਕਹਿੰਦਾ ਉਹਨੇ ਇੰਨਾ ਵੀ ਕਿਹਾ ਵੀ ਹੌਸਲੇ ਨਾਲ ਡਰੋ ਨਾ, ਆਪਣੇ ਕੋਲੇ ਵੈਪਨ ਹੈਗਾ, ਵੀ ਡਰੋ ਨਾ। ਇਹ ਸਿੱਧੂ ਨੇ ਇਹ ਇੰਨੀ ਗੱਲ ਹੀ ਹੋਈ ਆ। ਇੰਨੇ 'ਚ ਤਾਂ ਕਹਿੰਦੇ ਵੀ ਫਾਇਰਿੰਗ ਸਟਾਰਟ ਹੋ ਗਈ ਆ। ਇਹ ਤੁਹਾਨੂੰ ਲੱਗਦਾ ਕਿ ਕੋਈ ਭੇਤੀ ਵੀ ਹੋ ਸਕਦਾ ਜਿਹਨੇ ਸਿੱਧੂ ਦੀ ਜਾਣਕਾਰੀ ਦਿੱਤੀ ਹੋਵੇ, ਕੋਈ ਘਰ ਦਾ ਭੇਤੀ, ਕੋਈ ਨੇੜੇ ਦਾ ਭੇਤੀ, ਕਿ ਸਿੱਧੂ ਇੰਨੇ ਵਜੇ ਨਿਕਲਦਾ ਹੈ, ਵੈਪਨ ਇੰਨਾ ਕੁ ਹੁੰਦਾ ਹੈ? ਕਿਉਂਕਿ ਸਿੱਧੂ ਨੂੰ ਲੱਗ ਰਿਹਾ ਸੀ ਵੈਪਨ ਫੁੱਲ ਹੈ। ਵੈਪਨ ਫੁੱਲ ਕਿਉਂ ਨਹੀਂ ਸੀ? ਇਹ ਪਤਾ ਲੱਗ ਪਾਇਆ ਕਿ 2 ਹੀ ਕਾਰਤੂਸ ਕਿਉਂ ਸੀਗੇ? ਇਹ ਮੈਂ ਜਿਹੜੀ ਗੱਲ ਆ ਗਈ, ਉਹਨਾਂ ਦੇ ਪਿਤਾ ਜੀ ਨਾਲ ਵੀ ਗੱਲ ਹੋਈ ਆ, ਤੇ ਕਹਿੰਦੇ ਵੀ ਘਰ ਹੀ ਬੈਠੇ ਸੀਗੇ, ਕੋਈ ਆਇਆ ਸੀਗਾ ਤਾਂ ਉਹਦੇ ਕੋਲੇ ਵੀ ਵੈਪਨ ਸੀ। ਸਿੱਧੂ ਵੈਪਨ ਦਾ ਬੜਾ ਸ਼ੌਕੀਨ ਸੀ, ਇਹਦੇ ਕੋਲੇ 45 ਬੋਰ ਸੀ। ਤਾਂ ਇਹਨੇ ਕਹਿੰਦੇ ਵੀ ਵੈਸੇ ਉੱਥੇ ਫਾਇਰ ਕਰਕੇ ਵੀ ਆਹ ਵੇਖ ਤੇਰੇ ਕੋਲ ਇਹ ਆ, ਮੇਰੇ ਕੋਲ ਇਹ ਆ। ਅੱਛਾ। ਤੇ ਉਹ ਫਾਇਰ ਕਰਤੇ, ਤੇ ਬਾਅਦ ਦੇ ਵਿੱਚ ਮੈਨੂੰ ਇਹੀ ਲੱਗਦਾ ਕਿ ਸਿੱਧੂ ਦੇ ਮਾਈਂਡ ਦੇ ਵਿੱਚ ਸੀ ਕਿ ਵੈਪਨ ਮੇਰਾ ਉਹ ਲੋਡਡ ਆ। ਬਟ ਉਹ ਇੱਕ ਦਿਨ ਪਹਿਲਾਂ ਉੱਥੇ ਫਾਇਰ ਕਰਕੇ ਜਿਹੜੇ 2 ਹੀ ਕਾਰਟ੍ਰਿਜ ਸੀਗੇ ਉਹਦੇ ਕੋਲੇ। ਤਾਂ ਇਹ ਸਾਰੇ ਆਪਾਂ ਤੇ ਕੋਇਨਸੀਡੈਂਟ ਆ ਜਾਂ ਇਹ ਤਾਂ ਇਨਕੁਆਇਰੀ ਦਾ ਵਿਸ਼ਾ ਗਾ ਵੀ ਉਹਦੇ ਕੋਲੇ 2 ਹੀ ਕਾਰਤੂਸ ਸੀਗੇ ਉਸ ਟਾਈਮ, ਤੇ ਉਹਨੇ 2 ਚਲਾਏ ਵੀ ਦਲੇਰੀ। ਜਦੋਂ ਬੁੱਕਲ 'ਚ ਡਿੱਗ ਗਿਆ ਦੋਸਤ ਜੀ ਸਿੱਧੂ, ਦੋਸਤਾਂ ਨੇ ਉਸ ਵੇਲੇ ਕੀ ਕੀਤਾ? ਨਹੀਂ, ਉਹ ਕਿੰਨੀ ਦੇਰ ਉੱਥੇ ਰਹੇ? ਕਿੰਨੀ 30-40 ਸੈਕਿੰਡ ਇਹ ਸਾਰਾ ਕੁਝ ਹੋਇਆ? ਕਿੰਨੀ ਦੇਰ ਇਹ ਇਨਸੀਡੈਂਟ ਹੋਇਆ? ਇਹ 30-40 ਸੈਕਿੰਡ ਨਹੀਂ। ਉਹਨਾਂ ਨੇ ਇੱਕ ਗੱਲ ਹੋਰ ਦੱਸੀ ਹੈ ਮੈਨੂੰ ਪਿੱਛੋਂ ਗੁਰਵਿੰਦਰ ਨੇ, ਕਿ ਕਹਿੰਦਾ ਜਦੋਂ ਮੇਰੇ ਗੋਲੀ ਲੱਗੀ ਮੈਂ ਡਿੱਗ ਪਿਆ, ਤੇ ਬਾਈ ਜਦੋਂ ਗੁਰਪ੍ਰੀਤ ਦੀ ਬੁੱਕਲ 'ਚ ਡਿੱਗ ਪਿਆ ਤੇ ਇੱਕ ਵਾਰੀ ਗੋਲੀ ਬੰਦ ਹੋ ਗਈ, ਬਿਲਕੁਲ ਬੰਦ ਹੋ ਗਈ। ਤਾਂ ਮੈਂ ਸਿਰ ਚੱਕਿਆ, ਮੈਂ ਦੇਖਿਆ ਕਿ ਬਾਈ ਲਹੂ ਲੁਹਾਣਾ, ਵੀ ਬਾਈ ਇਸ ਪਾਸੇ ਸਿੱਧਿਆ, ਵੀ ਬਾਈ ਠੀਕ ਆ। ਇੰਨਾ ਚੱਕਣ ਦੀ ਦੇਰ ਸੀ, ਕਹਿੰਦਾ ਵੀ ਮੈਨੂੰ ਪਤਾ ਲੱਗਾ ਕਿਉਂਕਿ ਫੇਰ ਤੁਰਿਆ ਆਉਂਦੇ ਸੀ ਉਹ, ਦੁਬਾਰਾ ਫੇਰ ਫਾਇਰਿੰਗ ਕਰੀ ਆ। ਫੇਰ ਕਹਿੰਦਾ ਮੈਂ ਉਵੇਂ ਫੇਰ ਡਿੱਗ ਪਿਆ, ਦੁਬਾਰੇ ਤਸੱਲੀ ਕਰਕੇ ਗਏ ਆ, ਚੈੱਕ ਕਰਕੇ ਗਏ ਕਿ ਸਿੱਧੂ ਦੇ ਸਾਹ ਚੱਲਦੇ ਪਏ, ਦੁਬਾਰਾ ਆਏ ਕਿ ਸਿੱਧੂ ਬਚ ਨਾ ਜਾਵੇ। ਇਹ ਇਸ ਕੰਮ ਦੇ ਵਿੱਚ 1-2 ਮਿੰਟ ਲੱਗਿਆ ਜਦੋਂ ਦੁਬਾਰੇ ਫੇਰ ਆਇਆ। ਤਾਂ ਇੱਕ ਹੋਰ ਆ ਵੀ ਦੇਖੋ ਪਬਲਿਕ ਉੱਥੇ ਇੱਕ ਡਰ ਵੀ ਜਾਂਦੀ ਆ, ਤੇ ਇੱਕ ਉਹਨਾਂ ਨੇ ਹੋਰ ਵੀ ਕਿਹਾ ਕਿ ਸਾਨੂੰ 20 ਮਿੰਟ ਤੱਕ ਕਿਸੇ ਨੇ ਉੱਥੇ ਕੱਢੇ ਹੀ ਨਹੀਂ। ਮੈਂ ਉੱਥੇ ਚਸ਼ਮਦੀਦ ਸੀਗੇ, ਮੇਰੇ ਨਾਲ ਗੱਲਬਾਤ ਹੋ ਰਹੀ ਸੀ, ਉਹ ਕਹਿ ਰਹੇ ਸੀਗੇ 20-22 ਮਿੰਟ ਲੱਗ ਗਏ। ਅਸੀਂ ਕੋਸ਼ਿਸ਼ ਕਰ ਰਹੇ ਸੀ, ਕਿਸੇ ਨੇ ਕਾਰ ਨਹੀਂ ਰੋਕੀ, ਕਾਰ ਵੀ ਨਹੀਂ, ਕਿਸੇ ਨੇ 7-8 ਕਾਰਾਂ ਉਹ ਨਿਕਲ ਗਈਆਂ, ਕਿਸੇ ਨੇ ਕਾਰ ਨਹੀਂ ਰੋਕੀ, 20-22 ਮਿੰਟ ਇਦਾਂ ਨਿਕਲ ਗਏ ਸੀ। ਇੱਕ ਦਹਿਸ਼ਤ ਵੀ ਇੰਨੀ ਪੈ ਗਈ ਸੀ, ਕੋਈ ਰੁਕਿਆ ਵੀ ਨਹੀਂ। ਜਿਹੜੇ ਖੜੇ ਸੀ, ਇੱਕ ਉਹਦੀ ਜਿਹੜੀ ਕਿੰਨੀ ਕੁ ਫਾਇਰਿੰਗ ਹੋਈ ਸੀ? 40-50 ਗੋਲੀਆਂ, ਕਿੰਨੀ ਕੁ ਫਾਇਰਿੰਗ ਹੋਈ? ਕਹਿੰਦੇ ਵੀ 30-40 ਰਾਉਂਡ, ਵੀ ਜਿਵੇਂ ਬਿਲਕੁਲ ਜਿਵੇਂ ਨਹੀਂ ਆਪਾਂ ਦੀਵਾਲੀ ਵੇਲੇ ਇੱਕ ਲੜੀ ਨੂੰ ਅੱਗ ਨਹੀਂ ਲਾ ਦਿੰਦੇ ਪਟਾਕੇ ਨੂੰ, ਇਸ ਤਰ੍ਹਾਂ ਫਾਇਰਿੰਗ ਹੋਈ ਆ। ਗੈਂਗਸਟਰ ਕੁਝ ਕਹਿ ਰਹੇ ਸੀ, ਕੁਝ ਬੋਲੇ ਉਸ ਤੋਂ ਬਾਅਦ ਜਦੋਂ ਦੂਸਰੀ ਵਾਰ ਆਏ, ਕੁਝ ਬੋਲੇ? ਨਹੀਂ, ਉਹ ਕਹਿੰਦੇ ਸਾਨੂੰ ਫਾਇਰਿੰਗ ਹੀ ਸੁਣੀ ਆ, ਸਾਨੂੰ ਤਾਂ ਬਿਲਕੁਲ ਦਿਸਣੋਂ ਹੀ ਹਟ ਗਿਆ, ਕਿਉਂਕਿ ਉਹ ਕਹਿੰਦਾ ਸੀ ਕਿ ਮੈਨੂੰ ਤਾਂ ਐਸੀ ਵੀ ਮੈਂ ਤਾਂ ਆਪ ਡੈਡ ਹੋ ਗਿਆ, ਮੇਰਾ ਸਾਰਾ ਬਲੱਡ ਨਾ ਭਰ ਗਿਆ, ਮੇਰੀ ਬਾਂਹ ਤਾਂ ਬਿਲਕੁਲ ਹੀ ਲੁਕ ਗਈ। ਕਿ ਸ਼ੱਕ ਹੈ ਕਿਸੇ ਤੇ? ਕੌਣ ਹੋ ਸਕਦਾ ਹੈ? ਬਿਸ਼ਨੋਈ ਨੇ ਤਾਂ ਇਸ ਦੀ ਜ਼ਿੰਮੇਵਾਰੀ ਲੈ ਲਈ, ਗੋਲਡੀ ਬਰਾੜ ਨੇ ਤਾਂ ਲੈ ਲਈ, ਲੇਕਿਨ ਨੇੜੇ ਤੇੜੇ ਵੀ ਕੋਈ ਹੋ ਸਕਦਾ? ਕਿਸੇ ਤੇ ਸ਼ੱਕ ਹੈ? ਧਮਕੀਆਂ ਪਹਿਲਾਂ ਮਿਲਦੀਆਂ ਸੀਗੀਆਂ, ਇਹ ਦੱਸਿਆ ਉਹਨਾਂ ਨੇ? ਇਹ ਮੈਂ ਉਹਨਾਂ ਨਾਲ ਜਾਣ ਕੇ ਵੀ ਸ਼ੱਕ ਹੈ, ਡਾਊਟ ਹੈ, ਜਾਂ ਸਿੱਧੂ, ਮੈਂ ਕੁਝ ਸੈਂਸਿਟਿਵ ਇਸ਼ੂ ਉਹਨਾਂ ਨਾਲ ਜਾਣ ਕੇ ਨਹੀਂ ਕੀਤੇ, ਕਿਉਂਕਿ ਬੜੇ ਡਰੇ ਹੋਏ ਆ। ਜਿਹੜਾ ਬੰਦਾ ਮੌਤ ਦੇ ਮੂੰਹ ਚੋਂ ਨਿਕਲਦਾ ਤੇ ਨਾਲ ਦਾ ਸਿੱਧੂ ਵਰਗਾ ਸਾਥੀ ਚਲਾ ਜਾਵੇ, ਤਾਂ ਕਈ ਇਹੋ ਜਿਹੀਆਂ ਗੱਲਾਂ ਸੋਹਣੀਆਂ ਨਹੀਂ ਲੱਗਦੀਆਂ ਕਰਦੀਆਂ, ਉਹ ਤਾਂ ਉਹ ਆਪੇ ਦੱਸਣਗੇ। ਬਟ ਇੰਨਾ ਉਹ ਦੱਸਦੇ ਆ ਕਿ ਪਤਾ ਲੱਗ ਗਿਆ ਸੀ। ਦੇਖੋ, ਇੱਕ ਲਾ ਲਓ ਵੀ 30 ਸਕਿੰਟ ਪਹਿਲਾਂ, 1 ਮਿੰਟ ਪਹਿਲਾਂ ਇਹ ਗੱਲ ਹੋ ਗਈ ਸੀ ਕਿ ਸਿੱਧੂ ਨੂੰ ਇਹ ਗੱਲ ਹੋ ਗਈ ਸੀ ਕਿ ਮੇਰੇ ਕੋਲੇ ਵੈਪਨ ਹੈ। ਇਹਦਾ ਮਤਲਬ ਉਹਨੂੰ ਪਤਾ ਲੱਗ ਗਿਆ ਸੀਗਾ ਕਿ ਅਟੈਕ ਤਾਂ ਹੋਣ ਵਾਲਾ ਗਾ। ਬਟ ਅਟੈਕ ਪਹਿਲਾਂ ਟਾਇਰ ਤੇ ਹੋਇਆ, ਉਹ ਉਹੀ ਗੱਲ ਵੀ 2 ਗੋਲੀਆਂ ਉਹ ਚੱਲ ਗਈਆਂ, ਤੇ ਉਹਨਾਂ ਦੀ ਪਲੈਨਿੰਗ ਬੜੀ। ਮੂਸੇਵਾਲਾ ਦੇ ਪਿਤਾ ਪਿੱਛੇ ਆ ਰਹੇ ਸੀਗੇ, ਚਰਚਾ ਵੀ ਕਿ ਫੋਰਚੂਨਰ ਤੇ ਉਹ ਪਿੱਛੇ ਆ ਰਹੇ ਸੀਗੇ। ਬਿਲਕੁਲ। ਉਹ ਕੀ ਹੋਇਆ ਕਿ ਮੈਂ ਉਹਨਾਂ ਦੇ ਫਾਦਰ ਸਾਹਿਬ ਨੂੰ ਪੁੱਛਿਆ, ਉਹ ਵੀ ਦੱਸਦੇ ਨੇਗੇ, ਕਿਉਂਕਿ ਉਹਨਾਂ ਨੂੰ ਤਾਂ ਪਿੱਛੋਂ ਬਾਅਦ ਚ ਕੀ ਪਤਾ ਲੱਗਿਆਗਾ। ਉਹਨਾਂ ਨੇ ਫਾਦਰ ਸਾਹਿਬ ਨੂੰ ਪੁੱਛਿਆ ਕਰਿਆ ਵੀ ਗਿਆ ਸਿੱਧੂ ਕਿੱਥੇ ਆ, ਤਾਂ ਉਹ ਕਹਿੰਦੇ ਵੀ ਉਹ ਤਾਂ ਥਾਰ ਲੈ ਕੇ ਗਿਆ। ਕਹਿੰਦੇ ਮੈਂ ਵੀ ਬੜਾ ਸ਼ੌਕਡ ਆ, ਵੀ ਗਨਮੈਨ ਵੀ ਨਹੀਂ ਨਾਲ ਗਿਆ, ਨਾਲ ਆ ਜਿਹੜੀ ਬੁਲਟ ਪ੍ਰੂਫ ਗੱਡੀ ਆ ਉਹ ਵੀ ਨਹੀਂ ਲੈ ਕੇ ਗਿਆ। ਤਾਂ ਉਹਨਾਂ ਨੇ ਵੀ ਉਹੀ ਗੱਡੀ ਪਹਿਲਾਂ ਕੱਢਣ ਦੀ ਕੋਸ਼ਿਸ਼ ਕੀਤੀ ਜਿਹੜਾ ਟਾਇਰ ਪੈਂਚਰ ਸੀ। ਜਿਹੜੀ ਗੱਲ ਦੇਖੋ ਹੋਣਾ ਸਾਰਾ ਕੁਛ, ਤਾਂ ਉਹ ਟਾਇਰ ਪੈਂਚਰ ਦਾ ਟਾਈਮ ਲੱਗ ਗਿਆ, ਨਹੀਂ ਤਾਂ ਉਹ ਗੱਡੀ ਕੱਢ ਲਈ ਸੀ, ਗਨਮੈਨ ਨਾਲ ਸੀ, ਸ਼ਾਇਦ ਇਹਨਾਂ ਦਾ ਮੁਕਾਬਲਾ ਹੀ ਹੋ ਜਾਂਦਾ। ਬਿਲਕੁਲ, ਲੇਕਿਨ ਪੈਂਚਰ ਤਾਂ ਪਜੈਰੋ ਸੀ, ਫੋਰਚੂਨਰ ਨਹੀਂ, ਫੋਰਚੂਨਰ ਨਹੀਂ, ਉਹਨਾਂ ਨੇ ਵੀ ਪਜੈਰੋ ਹੀ ਗੱਡੀ ਸੀ। ਫੋਰਚੂਨਰ ਉਹਨਾਂ ਨੇ ਫਿਰ ਉਹ ਲੈ ਕੇ ਗਏ ਫੋਰਚੂਨਰ। ਫਿਰ ਉਹ ਜਦੋਂ ਚੱਲੀ ਨਹੀਂ, ਫਿਰ ਫੋਰਚੂਨਰ ਦੀ ਉਹਨਾਂ ਨੇ ਜਿਹੜੀ ਸਿੱਧੂ ਦੀ ਮਾਤਾ ਸੀ, ਕੀ ਉਹਦੇ ਕੋਲੇ ਸੀ, ਉਹ ਕਿਸੇ ਦੇ ਗਏ ਵੇ ਸੀ ਘਰ 'ਚ, ਤੇ ਉਹਨਾਂ ਨੇ ਰੱਖੀ ਵੀ ਸੀ ਵੀ ਕਿੱਥੇ ਆ। ਆਹੀ ਟਾਈਮ ਲੱਗ ਗਿਆ ਵੀ ਛੇਤੀ ਆਓ, ਵੀ ਉਹ ਕੱਲਾ ਚਲਾ ਗਿਆ। ਉਦੋਂ ਇਹ ਨਹੀਂ ਪਤਾ ਸੀਗਾ ਵੀ ਅਟੈਕ ਵੀ ਹੋ ਚੁੱਕਾ। ਗਏ ਹਾਂ, ਮਗਰ ਗਏ ਆ, ਬਿਲਕੁਲ ਗਏ ਆ। ਸੱਚਾ ਗਨਮੈਨ ਨੂੰ ਵੀ ਨਾਲ ਲੈ ਕੇ ਗਿਆ, ਬਟ ਉਦੋਂ ਨੂੰ ਉਹ ਆਪਣਾ ਸਿੱਧੂ ਦੇ ਕਰ ਚੁੱਕੇ ਸੀ ਅਟੈਕ।
SIT ਹੁਣ ਬਣੀ ਹੈ, SIT ਐਕਸਟੈਂਡ ਕਰਤੀ, 6 ਮੈਂਬਰ ਹੋ ਗਏ ਹੈ। ਕਿਸ ਤਰੀਕੇ ਨਾਲ ਲੱਗਦਾ ਹੈ SIT ਕੰਮ ਕਰੇਗੀ? ਅੱਜ SIT ਦੇ ਮੈਂਬਰ ਥੋੜੀ ਦੇਰ ਪਹਿਲਾਂ ਉਸ ਥਾਂ ਤੇ ਵੀ ਗਏ ਸੀਗੇ, ਉਹਨਾਂ ਨੇ ਉਸ ਥਾਂ ਦਾ ਵੀ ਬਿਊਰਾ ਕੀਤਾ। ਦੇਖੋ ਇਹ ਜਿਹੜੇ ਵੀ ਹੈਗੇ ਆ ਦੋਸ਼ੀ ਆ, ਉਹਨਾਂ ਨੇ ਇੱਕ ਪੰਜਾਬ ਦਾ ਨਹੀਂ ਵਰਲਡ ਦਾ ਉੱਪਰ ਦਾ ਮਿਊਜ਼ਿਕ ਇੰਡਸਟਰੀ ਦਾ ਸਤਾਰਾ ਮਾਰਿਆ। ਤੇ ਦੂਜਾ ਇਹ ਹੈ ਕਿ ਕਿੰਨੇ ਕੁ ਚਿਰ ਸਾਡੇ ਨੌਜਵਾਨਾਂ ਨੂੰ ਮਾਰੀ ਜਾਣਗੇ, ਭਾਵੇਂ ਸੰਦੀਪ ਨੰਗਲ ਅੰਬੀਆ ਸੀ, ਇਹ ਸੀ, ਚਾਹੇ ਬਿੱਕੂ ਬਿੱਡੂ ਖੇੜਾ ਲਾ ਲਓ। ਤਾਂ ਅਸੀਂ ਕਹਿੰਦੇ ਕਿ ਪੰਜਾਬੀਆਂ ਦੇ ਹੱਥੋਂ ਕਿੰਨੇ ਕੁ ਚਿਰ ਮਰੀ ਜਾਣਗੇ। ਤਾਂ ਮੈਂ ਕਹਿੰਦਾ ਕਿ SIT ਨੂੰ ਸਖਤੀ ਦੇ ਨਾਲ ਪੰਜਾਬ ਸਰਕਾਰ ਨੇ ਵੀ ਨਿਰਦੇਸ਼ ਦਿੱਤੇ, ਸੀਐਮ ਸਾਹਿਬ ਨੇ ਵੀ ਦਿੱਤੇ ਆ, ਇਹ ਜਿਹੜੇ ਵੀ ਇਹਦੇ ਪਿੱਛੇ ਲੋਕ ਆ ਉਹ ਵੱਡੀ ਗੱਲ ਹੋਈ SIT ਦੇ ਮੈਂਬਰਾਂ ਨਾਲ, ਉਹ ਅੱਜ ਮੌਕੇ ਵਾਲੀ ਥਾਂ ਤੇ ਗਏ ਸੀ, ਕੋਈ ਗੱਲਬਾਤ ਹੋਈ, ਕੋਈ ਕਲੂ ਮਿਲ ਰਿਹਾ? ਕਿਉਂਕਿ ਮੈਂ ਸਵੇਰੇ ਅੱਜ ਹਸਤੀਆਂ ਚੁੱਕੀਆਂ ਸੀ ਉੱਥੇ ਸੀ, ਉੱਥੋਂ ਮੈਂ DMC ਨਿਕਲ ਗਿਆ, ਮੇਰੀ ਅਜੇ ਤੱਕ ਉਹਨਾਂ ਨਾਲ ਗੱਲ ਨਹੀਂ ਹੋਈ। ਬਟ ਇੱਕ ਤੁਹਾਨੂੰ ਦੱਸਦਾ ਕਿ ਜਿੱਥੋਂ ਮੇਰੀ ਹਾਇਰ ਅਥਾਰਟੀ ਨਾਲ ਗੱਲ ਹੋਈ ਆ, ਮੇਰੀ CM ਹਾਊਸ ਵੀ ਗੱਲ ਹੋਈ ਆ, ਤੇ ਇੱਕ ਗੱਲ ਕਹਿੰਦੇ ਆ ਕਿ ਸਰਕਾਰ ਵੱਲੋਂ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਦੋਸ਼ੀ ਕੋਈ ਨਹੀਂ ਬਖਸ਼ਿਆ ਜਾਊਗਾ। ਜੋ ਵੀ ਇਹਦੇ ਪਿੱਛੇ ਆ, ਕਿੱਡਾ ਵੱਡਾ ਹੱਥ ਆ, ਲੋਕਾਂ ਦੇ ਸਾਹਮਣੇ ਸੱਚਾਈ ਆਊਗੀ ਤੇ ਦੋਸ਼ੀਆਂ ਨੂੰ ਕਟਹਿਰੇ 'ਚ ਖੜ ਕੇ ਇਹੋ ਜਿਹੀ ਸਜ਼ਾ ਹੋਊਗੀ ਕਿ ਅੱਗੇ ਤੋਂ ਕੋਈ ਇਹੋ ਜਿਹੀ ਜ਼ਰੂਰਤ ਨਾ ਕਰੇ। ਬਿਸ਼ਨੋਈ ਨੂੰ ਲੈ ਕੇ ਆਇਆ ਜਾ ਰਿਹਾ, ਮਾਨਸਾ ਲੈ ਕੇ ਆਇਆ ਜਾ ਰਿਹਾ, ਉਸ ਦੇ ਹੋਰ ਜਿਹੜੇ ਇਹ ਪੂਰੇ ਨੈਕਸਸ ਦੇ ਵਿੱਚ ਸੀਗੇ ਉਹਨਾਂ ਨੂੰ ਇੱਥੇ ਲਿਆਇਆ ਜਾ ਰਿਹਾ ਮਾਨਸੇ। ਜਿਹੜੇ ਵੀ ਇਹਦੇ ਨਾਲ ਹਜੇ ਤਾਈਂ ਕਲਿਊ ਹੈ, ਇਨਵੈਸਟੀਗੇਸ਼ਨ ਦਾ ਵਿਸ਼ਾ ਮੈਂ ਵੀ ਨਹੀਂ ਦੱਸਣਾ ਚਾਹੁੰਦਾਗਾ, ਨਾ ਹੀ ਪੁਲਿਸ ਅਜੇ, ਕਿਉਂਕਿ ਕੜੀਆਂ ਜੁੜ ਰਹੀਆਂ ਨੇ। ਬਟ ਜਿਹੜੇ ਆ ਤੁਹਾਨੂੰ ਵੀ ਪਤਾ ਹੈਗਾ ਕਿ ਕੁਝ ਜੇਲ੍ਹ ਦੇ ਵਿੱਚੋਂ ਲੈ ਕੇ ਆਏ ਆ, ਕੁਝ ਦੇਹਰਾਦੂਨ ਤੋਂ ਫੜੇ ਆ। ਇਸੇ ਤਰ੍ਹਾਂ SSP ਸਾਹਿਬ ਦਾ ਬਿਆਨ ਆਇਆ ਵੀ ਬਿਸ਼ਨੋਈ ਨੂੰ ਵੀ ਇੱਥੇ ਲੈ ਕੇ ਆਇਆ ਜਾਊਗਾ। ਸਬੂਤ ਕੀ ਮਿਲੇ ਇਸ ਵੇਲੇ? ਕੀ ਕੁਝ ਮਿਲ ਰਿਹਾ? ਦੇਖੋ ਜਿੱਥੋਂ ਕਾਰ ਆਈ ਆ, ਕਿਹਨੇ ਪ੍ਰੋਵਾਈਡ ਕਰਾਈ ਆ, ਇਹ ਸਾਰੇ ਕਲਿਊ ਆ। ਹਜੇ ਇਨਵੈਸਟੀਗੇਸ਼ਨ ਜਿਹੜੀ ਆ ਮੁੱਢਲੀ ਆ, ਕੁਛ ਇਸੇ ਦੇ ਹਿੱਸੇ ਆ। ਸਰਕਾਰ ਦੀ ਬੜੀ ਕਿਰਕਰੀ ਹੋਈ, ਸਰਕਾਰ ਦੀ ਕਿਰਕਰੀ ਇਸ ਕਰਕੇ ਹੋਈ, ਕਹਿੰਦੇ ਕਿ ਨਾਮ ਕਿਉਂ ਜਨਤਾ ਕਿਤੇ, ਕਿਉਂ ਸੁਰਖੀਆਂ ਵਿਡੋ ਰਹੀਆਂ, ਕਿਉਂ ਪਬਲਿਸਿਟੀ ਲਈ ਕਿ ਅਸੀਂ ਮੂਸੇਵਾਲਾ ਦੀ ਸਿਕਿਉਰਿਟੀ ਵਿਡਰੋ ਕਰਤੀ। ਤਾਂ ਲੱਗਦਾ ਹੈ ਕਿ ਇਹ ਚੀਜ਼ ਤੋਂ ਬਚਿਆ ਜਾ ਸਕਦਾ ਸੀ, ਕਿਰਕਰੀ ਬਹੁਤ ਜ਼ਿਆਦਾ ਹੋ ਗਈ ਹੁਣ। ਦੇਖੋ ਦੋ ਗੱਲਾਂ ਨੇ, ਸਿਕਿਉਰਿਟੀ ਵਾਪਸ ਲਈ ਜਾਂਦੀ ਹੈ ਜਦੋਂ ਕੋਈ ਜਿਵੇਂ ਪ੍ਰੈਪਰੇਸ਼ਨ ਬਲੂ ਸਟਾਰ ਆ ਗਿਆ, ਤਾਂ ਕਿਸੇ ਵੇਲੇ ਕੋਈ ਐਮਰਜੈਂਸੀ ਸੇਵਾਵਾਂ ਲੈਣੀਆਂ ਹੁੰਦੀਆਂ ਤਾਂ ਜਿਹਦੇ ਕੋਲੇ ਸਿਕਿਉਰਿਟੀ 6 ਆ ਤਾਂ 3 ਲੈ ਲੈਂਦੇ ਆ, 4 ਆ ਤਾਂ 2 ਲੈ ਲੈਂਦੇ ਆ। ਇਹ ਐਕਸਰਸਾਈਜ਼ ਹੁੰਦੀ ਰਹਿੰਦੀ ਹੈ, ਕੋਈ ਫਸਟ ਟਾਈਮ ਨਹੀਂ ਹੋਈ ਸੀ ਕਿ ਜਦੋਂ ਬਲੂ ਸਟਾਰ ਲੰਘ ਜਾਂਦਾ ਤਾਂ ਉਸ ਵੇਲੇ ਸਿਕਿਉਰਿਟੀ ਵਾਪਸ ਆ ਜਾਂਦੀ ਆ। ਪਰਿਵਾਰ ਨਾਲ ਤੁਹਾਡੀ ਕੀ ਗੱਲ ਹੋਈ? ਇਹ ਜਿਹੜੀ ਲੀਕੇਜ ਹੋਈ ਆ, ਮੈਂ ਕਹਿਣੀ ਚਾਹਣਾ ਵੀ ਜਿੱਥੇ ਵੀ ਲੀਕੇਜ ਹੋਈ ਆ, ਕਿਉਂਕਿ ਜਦੋਂ ਇਹ ਸਿਕਿਉਰਿਟੀ ਜਾਰੀ ਹੁੰਦਾਗਾ ਲੈਟਰ, ਇਹ ਸਾਰੇ ਸੰਬੰਧਿਤ SSP ਨੂੰ ਹੀ ਆਉਂਦਾ, ਜਿੱਥੋਂ ਦੀ ਸਿਕਿਉਰਿਟੀ ਆ, ਜਿਹੜੀ IRB ਆ, ਕਮਾਂਡੈਂਟ ਆ, ਉਹਨਾਂ ਕੋਲ ਵੀ ਜਾਂਦਾ, ਉਹਨਾਂ ਦੇ ਆਫਿਸ 'ਚ ਜਾਂਦਾ, ਜਿਨ੍ਹਾਂ ਤੋਂ ਸਿਕਿਉਰਿਟੀ ਘੱਟ ਕੀਤੀ ਗਈ ਜਾਂ ਵਿਡਰਾ ਕੀਤੀ ਆ ਉਹਨਾਂ ਕੋਲ ਵੀ ਆਉਂਦਾ। ਤੇ ਜਿੱਥੋਂ ਵੀ ਲੀਕੇਜ ਹੋਇਆ, ਮੈਂ ਕਹਿੰਦਾ ਵੀ ਇਹਦੀ ਜ਼ਰੂਰ ਹੈਗਾ ਵੀ ਜਿਹਨੇ ਵੀ ਲੀਕੇਜ ਕੀਤਾ ਪੱਤਰ, ਉਹਦੇ ਅਗੇਂਸਟ ਕਾਰਵਾਈ ਹੋਣੀ ਚਾਹੀਦੀ। ਪਰਿਵਾਰ ਨਾਲ ਗੱਲ ਹੋਈ ਹੈ, ਕੀ ਕਹਿ ਰਹੇ? ਸਿੱਧੂ ਦੇ ਫਾਦਰ ਕੀ ਕਹਿ ਰਹੇ, ਮਦਰ ਕੀ ਕਹਿ ਰਹੇ? ਦੇਖੋ ਇਹੋ ਜਿਹੇ ਸਦਮੇ ਦੇ ਵਿੱਚ ਆ, ਮੇਰਾ ਆਪਦਾ ਪਰਿਵਾਰ ਆ, ਮੇਰੇ ਆਪਦੇ ਪਿਤਾ ਬਰਾਬਰ ਆ, ਪਰ ਮੈਂ ਇੱਕ ਉਹਨਾਂ ਦੇ ਹੌਸਲੇ ਨੂੰ ਵੀ ਦਾਤ ਦਿੰਦਾ। ਪਰ ਉਹ ਕਹਿੰਦੇ ਆ ਵੀ ਅੱਜ ਕੱਲ੍ਹ ਮਹਾਨ ਹੋਣਾ, ਫੇਮਸ ਹੋਣਾ ਵੀ ਗੁਨਾਹ ਹੋ ਗਿਆ। ਮੇਰੇ ਪੁੱਤ ਨੇ ਟਿੱਬਿਆਂ ਦੇ ਵਿੱਚ ਉੱਠ ਕੇ ਐਡਾ ਨਾਂ ਕਮਾਇਆ ਸੀ, ਉਹਨੇ ਆਪਦੀ ਮਿਹਨਤ ਕੀਤੀ ਸੀ, ਜੇ ਉਹਦੇ ਨਾਂ ਬਣ ਗਿਆ, 4 ਪੈਸੇ ਆ ਗਏ, ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਦੂਜਿਆਂ ਨੂੰ ਲੁੱਟਿਆ, ਕਿਸੇ ਨੂੰ ਕੁਛ ਕਰਿਆ। ਤੇ ਅੱਜ ਉਹ ਕਹਿੰਦੇ ਵੀ ਮੇਰੇ ਪੁੱਤ ਦਾ ਨਾਂ ਬਣਾਉਣਾ ਹੀ, ਫੇਮਸ ਹੋਣਾ ਹੀ ਸਾਤੋਂ ਖੋਹ ਕੇ ਲੈ ਗਿਆ, ਅਸੀਂ ਇਹੋ ਜਿਹੇ ਨਾਂ ਤੋਂ ਕੀ ਕਰਨਾ ਕਿ ਸਾਡਾ ਪੁੱਤ ਹੀ ਨਹੀਂ ਸਾਡੇ 'ਚ ਰਹੇ। ਧਮਕੀਆਂ ਮਿਲਦੀਆਂ ਸੀ ਕਹਿੰਦੇ ਸੀ? ਹਾਂ, ਉਹ ਕਹਿੰਦੇ ਮਿਲਦੀਆਂ, ਪਰ ਮੇਰੇ ਨਾਲ ਕਹਿੰਦੇ ਬਹੁਤ ਘੱਟ ਸ਼ੇਅਰ ਕਰਦਾ ਸੀ। ਉਹ ਕਹਿੰਦਾ ਸੀਗਾ ਵੀ ਕਿਤੇ ਇਹ ਦੁਖੀ ਨਾ ਹੋਣ, ਕਿਉਂਕਿ ਉਹ ਲਾਲਟ ਇਸ ਗੱਲੋਂ ਰਹਿੰਦਾ ਵੀ ਸੀਗਾ ਕਿ ਧਮਕੀਆਂ ਉਹਨੂੰ ਮਿਲਦੀਆਂ ਸੀਗੀਆਂ, ਵੱਖ-ਵੱਖ ਗਰੁੱਪਾਂ ਤੋਂ ਵੀ ਮਿਲਦੀਆਂ ਸੀਗੀਆਂ। ਬਟ ਉਹ ਕਹਿੰਦੇ ਮੇਰੇ ਕੋਲੇ ਢਿੱਡ ਹੌਲਾ ਫਾਦਰ ਸਾਹਿਬ ਕਹਿੰਦੇ ਕਰਦਾ ਨਹੀਂ ਸੀ, ਕਿਉਂਕਿ ਦੋਨਾਂ ਨੇ, ਮਾਤਾ ਜੀ ਵੀ ਇਹੀ ਕਹਿੰਦੇ ਆ ਵੀ ਦੱਸਦਾ ਨਹੀਂ ਸੀ। ਉਹ ਕਹਿੰਦਾ ਸੀਗਾ ਵੀ ਮੈਂ ਮਾਤਾ ਨੂੰ ਦੱਸੂਗਾ ਜਾਂ ਪਿਤਾ ਨੂੰ ਦੱਸੂਗਾ। ਇੱਥੋਂ ਤੱਕ ਕਿ ਈਵਨ ਉਹਦੇ ਸਾਥੀ ਗਾਇਕ ਵੀ ਆਏ ਆ, ਉਹ ਵੀ ਕਹਿੰਦੇ ਸੀ ਇਸ ਤਰ੍ਹਾਂ ਲੱਗਦਾ ਸੀਗਾ ਵੀ ਉਹਨੇ ਕੋਈ ਢਿੱਡ ਫਰੋਲਣਾ, ਪਰ ਕਰਦਾ ਨਹੀਂ ਸੀ। ਉਹ ਆਪਦੇ ਤੇ ਦਿਲ ਤੇ ਇਹ ਲੱਗਿਆ ਹੋਇਆ ਸੀਗਾ। ਤੇ ਕਈ ਵਾਰੀ ਤਾਂ ਮੈਂ ਆਪਦੇ ਦੱਸਦਾ ਵੀ ਅਸੀਂ ਕਹਿੰਦੇ ਯਾਰ, ਕਹਿੰਦਾ ਇਹੋ ਜਿਹੀ ਲਾਈਫ ਤੋਂ ਕੀ ਲੈਣਾ ਕਿ ਬਾਹਰ ਹੀ ਨਹੀਂ ਜਾ ਸਕਦੇ, ਆਜ਼ਾਦ ਘੁੰਮ ਹੀ ਨਹੀਂ ਸਕਦੇ, ਇਹੋ ਜਿਹੀ ਪ੍ਰਸਿੱਧੀ ਤੋਂ ਕੀ ਲੈਣਾ। ਠੀਕ ਹੈ, ਤਾਂ ਸਾਫ਼ ਤੌਰ ਤੇ ਜਿਹੜੇ ਸਿੱਧੂ ਮੂਸੇਵਾਲੇ ਦੇ ਨਾਲ ਸੀ ਉਹਨਾਂ ਨੇ ਦੱਸਿਆ ਕਿ ਕੀ ਵਾਕਿਆ ਹੋਇਆ, ਕਿਸ ਤਰੀਕੇ ਨਾਲ ਗੱਡੀ ਮਗਰ ਲੱਗੀ। ਇੱਕ ਗੱਡੀ ਮਗਰ ਲੱਗੀ, ਸਿੱਧੂ ਨੂੰ ਲੱਗਾ ਕਿ ਸ਼ਾਇਦ ਫੈਨ ਨੇ ਮੇਰੇ, ਲੇਕਿਨ ਜਦੋਂ ਓਵਰਟੇਕ ਕੀਤਾ, ਜਦੋਂ ਮਗਰ ਕੀਤਾ, ਇੱਕ ਪਹਿਲਾਂ ਵੀ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਉੱਥੇ ਬਚਾਅ ਹੋ ਗਿਆ। ਲੇਕਿਨ 500 ਮੀਟਰ ਅੱਗੇ ਫਿਰ ਘੇਰਾ ਕੀਤਾ, ਔਰ ਤਿਆਰੀ ਕਿੰਨੀ ਸੀਗੀ ਕਿ ਪਹਿਲਾਂ ਟਾਇਰ ਦੇ ਉੱਤੇ ਫਾਇਰ ਕੀਤੇ, ਟਾਇਰ ਤੇ ਫਾਇਰ ਕੀਤੇ ਤਾਂ ਕਿ ਗੱਡੀ ਅੱਗੇ ਭੱਜ ਨਾ ਸਕੇ, ਔਰ ਉਸ ਤੋਂ ਬਾਅਦ ਮੂਸੇਵਾਲਾ ਵਾਲੇ ਪਾਸੇ ਹੀ, ਜਿੱਥੇ ਕਿਉਂਕਿ ਖੁਦ ਡਰਾਈਵਿੰਗ ਸੀਟ ਤੇ ਸੀਗੇ, ਤਾਂ ਉਸੇ ਜਗ੍ਹਾ ਦੇ ਉੱਤੇ ਫਾਇਰ ਜਿਹੜੇ ਲਗਾਤਾਰ ਕੀਤੇ, ਔਰ ਚੈੱਕ ਦੁਬਾਰਾ ਕਰਨ ਆਏ ਕਿ ਸਿੱਧੂ ਮੂਸੇਵਾਲਾ ਅਜੇ ਵੀ ਜ਼ਿੰਦਾ, ਤਾਂ ਫਿਰ ਦੁਬਾਰਾ ਫਾਇਰ ਜਿਹੜੇ ਨੇ ਉਹ ਉਹਨਾਂ ਵੱਲੋਂ ਕੀਤੇ ਗਏ। ਤਾਂ ਬਿਲਕੁਲ ਜਿਵੇਂ ਸਾਡੇ ਸਹਿਯੋਗੀ ਪੰਕਜ ਕਪਾਹੀ ਗੱਲਬਾਤ ਕਰ ਰਹੇ ਸੀ, ਜੋ ਕਹਾਣੀ ਸਿੱਧੂ ਮੂਸੇਵਾਲਾ ਦੇ ਨਾਲ ਥਾਰ 'ਚ ਬੈਠੇ ਮੌਜੂਦ ਉਹਨਾਂ ਦੇ ਸਾਥੀਆਂ ਨੇ ਦੱਸੀ ਹੈ, ਉਸ ਕਹਾਣੀ ਦਾ ਅਸੀਂ ਸਿਲਸਿਲੇਵਾਰ ਜ਼ਿਕਰ ਕਰ ਰਹੇ ਹਾਂ। ਉਸ ਕਹਾਣੀ ਦਾ ਇੱਕ ਇੱਕ ਪੁਆਇੰਟ, ਸਿੱਧੂ ਮੂਸੇਵਾਲਾ ਆਪਦੇ ਘਰੋਂ ਨਿਕਲਦੇ ਨੇ, ਪਹਿਲਾ ਪੁਆਇੰਟ, ਔਰ
ਉਹ ਪਹਿਲਾਂ ਆਪਣੀ ਜਿਹੜੀ ਪਜੈਰੋ ਗੱਡੀ ਸੀ ਉਹ ਲਿਜਾਣ ਦੀ ਕੋਸ਼ਿਸ਼ ਕਰਦੇ ਨੇ। ਪਜੈਰੋ ਗੱਡੀ ਦਾ ਟਾਇਰ ਪੈਂਚਰ ਸੀ, ਇਸ ਕਰਕੇ ਉਹ ਪਜੈਰੋ ਗੱਡੀ ਲਿਜਾ ਨਹੀਂ ਸਕੇ। ਫਿਰ ਉਹਨਾਂ ਨੇ ਥਾਰ ਗੱਡੀ ਕੱਢੀ, ਔਰ ਥਾਰ ਗੱਡੀ ਕਿਉਂਕਿ ਛੋਟੀ ਸੀ ਉਸ ਦੇ ਵਿੱਚ ਜਦੋਂ 3 ਜਾਣੇ ਬੈਠ ਗਏ, ਇੱਕ ਗਨਮੈਨ ਬੈਠਣ ਲੱਗਿਆ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਜਗ੍ਹਾ ਘੱਟ ਹੈ, ਅਸੀਂ ਹੁਣੇ ਜਾ ਕੇ ਥੋੜੀ ਦੇਰ ਦੇ ਵਿੱਚ ਆ ਜਾਂਦੇ ਆ। ਤਾਂ ਉਸ ਤੋਂ ਬਾਅਦ ਉਹ ਜਿਵੇਂ ਨਿਕਲੇ, ਇਹ ਵੀ ਗੱਲ ਗੁਰਵਿੰਦਰ ਜਿਹੜਾ ਸਿੱਧੂ ਮੂਸੇਵਾਲਾ ਦਾ ਦੋਸਤ ਹੈ, ਉਹਨਾਂ ਦਾ ਸਾਥੀ ਹੈ ਜੋ ਜ਼ਖਮੀ ਹੈ ਹਸਪਤਾਲ 'ਚ, ਗੁਰਵਿੰਦਰ ਨੇ ਦੱਸੀ, ਜੋ MLA ਆਮ ਆਦਮੀ ਪਾਰਟੀ ਦੇ ਜਿਵੇਂ ਦੱਸ ਰਹੇ ਸੀ ਗੁਰਪ੍ਰੀਤ ਬਣਾਵਾਲੀ, ਕਿ ਗੁਰਵਿੰਦਰ ਨੇ ਕਿਹਾ ਕਿ ਜਦੋਂ ਅਸੀਂ ਗੱਡੀ ਘਰੋਂ ਕੱਢੀ ਤਾਂ ਇੱਕ ਗੱਡੀ ਸਾਡੇ ਪਿੱਛੇ ਲੱਗ ਗਈ, ਔਰ ਸਿੱਧੂ ਮੂਸੇਵਾਲਾ ਨੇ ਸਮਝਿਆ ਕਿ ਜਿਵੇਂ ਅੱਗੇ ਵੀ ਉਹ ਜਦੋਂ ਘਰੋਂ ਨਿਕਲਦੇ ਨੇ ਤਾਂ ਫੈਨਸ ਆਪਣੀਆਂ ਗੱਡੀਆਂ ਲੈ ਕੇ ਪਿੱਛੇ ਲੱਗ ਜਾਂਦੇ ਨੇ, ਉਹਨਾਂ ਨੇ ਸਮਝਿਆ ਕਿ ਕੋਈ ਫੈਨ ਹੈ। ਪਰ ਉਹ ਗੱਡੀ ਫਿਰ ਅੱਗੇ ਜਾ ਕੇ ਕੁਝ ਕਿਲੋਮੀਟਰ ਤੇ ਜਦੋਂ ਫਿਰ ਉਹਨਾਂ ਨੂੰ ਨਜ਼ਰ ਆਈ ਜਾਂ ਉਹਨਾਂ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਿੱਧੂ ਮੂਸੇਵਾਲਾ ਨੂੰ ਸ਼ੱਕ ਪੈ ਗਿਆ ਕਿ ਹੁਣ ਉਹਨਾਂ ਦੇ ਪਿੱਛੇ ਬੰਦੇ ਲੱਗੇ ਨੇ। ਸਿੱਧੂ ਮੂਸੇਵਾਲਾ ਨੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਦੇ ਵਿੱਚ 2 ਜਿਹੜੇ ਸੀਗੇ ਉਹ ਫਾਇਰ ਕੱਢੇ, ਪਰ ਉਹ ਗੱਡੀ ਨੇ ਅੱਗੋਂ ਰੋਕ ਲਿਆ, ਘੇਰਾ ਪਾ ਲਿਆ, ਤੇ ਫਿਰ ਜਿਹੜੀ ਉਹ ਗੱਡੀ ਸੀ ਟੋਇਟਾ ਕਰੋਲਾ, ਉਸ ਗੱਡੀ ਦੇ ਵਿੱਚੋਂ ਹਮਲਾਵਰ ਉਤਰ ਕੇ ਆਏ। ਔਰ ਗੁਰਵਿੰਦਰ ਦੇ ਕਹਿਣ ਦੇ ਮੁਤਾਬਿਕ, ਜੋ ਸਿੱਧੂ ਮੂਸੇਵਾਲਾ ਦਾ ਸਾਥੀ ਹੈ, ਕਿ ਉਸ ਤੋਂ ਬਾਅਦ ਫਿਰ ਉੱਥੇ ਹਨੇਰਾ ਛਾ ਗਿਆ ਔਰ ਉਹਨਾਂ ਨੂੰ ਪਤਾ ਨਹੀਂ ਲੱਗਿਆ, ਇਸ ਤਰੀਕੇ ਨਾਲ ਗੋਲੀਆਂ ਦੀ ਬਰਸਾਤ ਹੋਈ। ਔਰ ਡਾਕਟਰਾਂ ਨੇ ਜਿਵੇਂ ਕਿਹਾ ਹੈ ਕਿ ਉਹਨਾਂ ਨੇ ਇਹੋ ਜਿਹਾ ਗੋਲੀ ਦਾ ਜ਼ਖਮ ਪਹਿਲਾਂ ਕਦੇ ਨਹੀਂ ਦੇਖਿਆ, ਯਾਨੀ ਹਾਈਟੈਕ ਹਥਿਆਰ ਦਾ ਇਸਤੇਮਾਲ ਤੇ ਕੀਤਾ ਗਿਆ। ਇਹ ਗੱਲਾਂ ਸਾਰੀਆਂ ਨਿਕਲ ਕੇ ਆਈਆਂ ਨੇ, ਔਰ ਇੱਕ ਵਾਰ ਗੋਲੀਬਾਰੀ ਹੋਣ ਤੋਂ ਬਾਅਦ ਕੁਝ ਸੈਕਿੰਡ ਦੇ ਲਈ ਗੋਲੀਬਾਰੀ ਰੁਕ ਗਈ। ਸਿੱਧੂ ਮੂਸੇਵਾਲਾ ਆਪਦੇ ਨਾਲ ਜਿਹੜਾ ਸਾਥੀ ਉਹਨਾਂ ਦੇ ਮੂਹਰਲੀ ਸੀਟ ਤੇ ਬੈਠਾ ਸੀ, ਉਸ ਦੀ ਗੋਦੀ 'ਚ ਡਿੱਗ ਪਿਆ, ਔਰ ਉਸ ਤੋਂ ਬਾਅਦ ਉਹ ਦੁਬਾਰਾ ਫਿਰ ਚੈੱਕ ਕਰਨ ਆਏ ਕਿ ਸਿੱਧੂ ਜ਼ਿੰਦਾ ਹੈ ਜਾਂ ਨਹੀਂ। ਇਹ ਸਾਰੀ ਜਿਹੜਾ ਘਟਨਾਕ੍ਰਮ ਰਿਹਾ ਸੀ, ਇੱਕ ਵਾਰੀ ਫਿਰ ਸੁਣਾਉਂਦੇ ਹਾਂ ਜੋ ਸਾਰੀ ਕਹਾਣੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬਣਾਵਾਲੀ ਨੇ ਉਹਨਾਂ ਦੇ ਦੋਸਤਾਂ ਦੀ ਜ਼ੁਬਾਨੀ ਦੱਸੀ ਹੈ ਨਿਊਜ਼ 18 ਨਾਲ ਗੱਲਬਾਤ ਕਰਦੇ ਹੋਏ।